Good morning, students. Once again, welcome to my YouTube channel. Today, I am discuss about to the class 8th SST subjects, lesson number 2, natural resources. This session is based upon to the natural resources, which is a natural resources, how it is can be classified according to the which part of these things, and how many resources are available in India. We will discuss these kinds of things in this session. ਇਸ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਕੁਦਰਤੀ ਸਰੋਤ ਦੇ ਬਾਰੇ। ਕੁਦਰਤੀ ਸਰੋਤ ਕੀ ਹੁੰਦੇ ਹਨ, ਕਿੱਦਾਂ ਦੇ ਹੁੰਦੇ ਹਨ ਤੇ ਇੰਡੀਆ ਵਿੱਚ ਕਿੰਨੇ ਮਿਲਦੇ ਹਨ, ਉਹਨਾਂ ਦੀ ਸਾਰੀ ਡਿਟੇਲ ਇਸ ਚੈਪਟਰ ਦੇ ਵਿੱਚ ਅਸੀਂ ਪੜਾਂਗੇ। ਫਸਟ ਆਫ ਆਲ ਵੀ ਜਿਹੜਾ ਨੈਚੁਰਲ ਰਿਸੋਰਸ ਆ ਕੀ ਆ, ਵੀ ਇਹ ਕੁਦਰਤ ਦੁਆਰਾ ਦਿੱਤਾ ਗਿਆ ਸਾਨੂੰ ਇੱਕ ਤੋਹਫਾ ਵਾ, ਜਿਹਦੇ ਵਿੱਚ ਸਾਨੂੰ ਲੈਂਡ, ਵਾਟਰ, ਸੋਇਲ, ਵੈਜੀਏਸ਼ਨ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਮਿਲਦੀਆਂ ਨੇ। ਜਦੋਂ ਅਸੀਂ ਨੈਚੁਰਲ ਰਿਸੋਰਸਿਸ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨੂੰ 6 ਪਾਰਟਸ ਦੇ ਵਿੱਚ, ਮੇਨਲੀ 6 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। ਲੈਂਡ, ਸੋਇਲ, ਵਾਟਰ, ਨੈਚੁਰਲ ਵੈਜੀਏਸ਼ਨ, ਵਾਈਲਡ ਲਾਈਫ ਅਤੇ ਮਿਨਰਲਸ, ਐਨਰਜੀ ਰਿਸੋਰਸਿਸ। ਇਹ ਜਿਹੜੇ 6 ਨੇ ਇਹ ਮੇਨ ਪੁਆਇੰਟਸ ਬਣੇ ਗਏ ਨੇ। ਇਸ ਤੋਂ ਇਲਾਵਾ ਇਸ ਚੈਪਟਰ ਦੀ ਟਰਾਂਸਲੇਸ਼ਨ ਤੋਂ ਇਲਾਵਾ ਮੈਂ ਇਹਦੇ ਵਿੱਚ ਵੈਰੀ ਸ਼ਾਰਟ ਕੁਐਸਚਨ ਆਨਸਰ ਦੀ ਵੀ ਡਿਸਕਸ਼ਨ ਕੀਤੀ ਆ, ਉਹ ਸੈਸ਼ਨ ਦੇ ਲਾਸਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਤੁਸੀਂ ਇਹ ਤੋਂ ਦੇਖ ਕੇ ਆਪਣੀ ਕਾਪੀ 'ਤੇ ਵੀ ਨੋਟ ਡਾਊਨ ਕਰ ਸਕਦੇ ਹੋ ਜਾਂ ਤੁਸੀਂ ਇਹਨਾਂ ਨੂੰ ਈਜ਼ੀਲੀ ਸਮਝ ਸਕਦੇ ਹੋ। ਫਸਟ ਆਫ ਆਲ ਵੀ ਲੈਂਡ ਰਿਸੋਰਸਿਸ ਕੀ ਹੁੰਦੇ ਆ। ਲੈਂਡ ਰਿਸੋਰਸਿਸ ਉਹ ਏਰੀਆ ਜਿਹੜਾ ਕਿ ਸਾਨੂੰ ਸਿਰਫ ਲੈਂਡ ਦੇ ਤੌਰ 'ਤੇ ਵਰਤਣ ਲਈ ਵਰਤਿਆ ਜਾ ਸਕਦਾ। ਇਹਦੇ ਵਿੱਚ ਕਈ ਤਰ੍ਹਾਂ ਦੀਆਂ ਲੈਂਡ ਆ ਜਾਂਦੀਆਂ ਨੇ, ਜਿਵੇਂ ਕਿ ਇਹ ਕੀ ਹੈ, ਜਿਹੜੇ ਗਲੇਸ਼ੀਅਰ ਦੇ ਅੰਦਰ ਨੇ, ਡੈਜ਼ਰਟ ਦੇ ਅੰਦਰ ਨੇ, ਉਹ ਅਸੀਂ ਅੱਗੇ ਬਾਅਦ ਵਿੱਚ ਕਰਾਂਗੇ। ਜਿਹੜਾ ਪੂਰੀ ਅਰਥ ਦੇ ਵਿੱਚ ਪਾਰਟਸ ਵੰਡੇ ਗਏ ਨੇ, 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। ਇੱਕ ਹੈਗਾ ਵਾਟਰ ਤੇ ਇੱਕ ਲੈਂਡ। ਜਿਹੜਾ ਵਾਟਰ ਆ ਉਹ ਅਰਥ ਦੇ ਉੱਤੇ 71% ਜਿਹੜਾ ਵਾ ਉਹ ਵਾਟਰ ਹੈ ਅਤੇ 29% ਜਿਹੜੀ ਆ ਉਹ ਲੈਂਡ ਆ, ਜਿਹਦੇ ਉੱਤੇ ਅਸੀਂ ਸਾਰੇ ਜ਼ਿਆਦਾ ਅਸੀਂ ਉੱਥੇ ਰਹਿੰਦੇ ਹਾਂ। ਅਤੇ ਦੂਸਰਾ ਕੀ ਹੈ, ਕਲਟੀਵੇਸ਼ਨ ਕਰਦੇ ਹਾਂ, ਫਾਰਮਿੰਗ ਕਰਦੇ ਹਾਂ, ਹੋਰ ਇੰਡਸਟਰੀਅਲ ਵਰਕ, ਉਹ ਸਾਰਾ ਕੰਮ ਅਸੀਂ ਸਿਰਫ 29% ਜਿਹੜੀ ਸਾਨੂੰ ਅਰਥ ਮਿਲੀ ਆ ਅਸੀਂ ਉਹਦੇ ਉੱਤੇ ਕਰਦੇ ਹਾਂ। ਅਤੇ ਜ਼ਿਆਦਾਤਰ ਜਿਹੜੀ ਪਾਪੂਲੇਸ਼ਨ ਆ ਉਹ ਲੈਂਡ ਦੇ ਕਿਹੜੇ ਏਰੀਏ ਦੇ ਵਿੱਚ ਮਿਲਦੀ ਹੈ, ਜਿੱਥੇ ਕੀ ਆ ਪਲੇਨ ਏਰੀਆਜ਼ ਜ਼ਿਆਦਾ ਹੁੰਦੇ ਆ, ਉੱਥੇ ਸਾਨੂੰ ਜ਼ਿਆਦਾਤਰ ਮਿਲਦੇ ਆ। ਇੰਡੀਆ ਜਿਹੜੀ ਆ ਉਹ ਇੱਕ ਲਾਰਜੈਸਟ ਕੰਟਰੀ ਆ। ਇਹ ਜਿਹੜਾ ਏਰੀਆ ਦੇ ਅਕੋਰਡਿੰਗ ਇਹ 7th ਨੰਬਰ 'ਤੇ ਆਉਂਦੀ ਆ। ਅਤੇ ਇਹਦੇ ਇੰਡੀਆ ਦੇ ਵਿੱਚ 30% ਜਿਹੜਾ ਟੋਟਲ ਏਰੀਆ ਵਾ ਉਹ ਮਾਊਂਟੇਨਸ ਨੇ ਕਵਰ ਕੀਤਾ ਹੋਇਆ। ਤਾਂ ਕਰਕੇ ਇਹਨੂੰ ਕੀ ਕਹਿੰਦਾ, ਸਟੋਰ ਆਫ ਹਾਊਸ ਆਫ ਰਿਸੋਰਸਿਸ। ਵੀ ਇੱਥੇ ਕੀ ਆ ਮਾਊਂਟੇਨਸ ਦੇ ਵਿੱਚ ਮਿਨਰਲਸ ਵੀ ਬਹੁਤ ਮਿਲਦੇ ਆ, ਤਾਂ ਕਰਕੇ ਇਹਨੂੰ ਕੀ ਕਹਿੰਦਾ, ਸਟੋਰ ਹਾਊਸਿਸ ਆਫ ਰਿਸੋਰਸਿਸ। ਤੁਹਾਨੂੰ ਜਿਹੜੇ ਮੇਨ ਪੁਆਇੰਟਸ ਨੇ ਤੁਸੀਂ ਆਪਣੀ ਨੋਟਬੁੱਕ ਦੇ ਉੱਤੇ ਵੀ ਨੋਟ ਡਾਊਨ ਕਰੀ ਜਾਏ, ਕਿਉਂਕਿ ਤੁਹਾਡੇ MCQ ਵੀ ਜਿਹੜੇ ਤੁਹਾਡੇ ਬਣਨੇ ਨੇ, ਤਾਂ ਤੁਸੀਂ ਇਸ ਤਰੀਕੇ ਨਾਲ ਇਸ ਚੀਜ਼ ਦੇ ਵਿੱਚੋਂ ਸਮਝ ਕੇ ਕਰ ਸਕਦੇ ਹੋ। ਨੈਕਸਟ ਹੈਗਾ ਵੀ ਜਿਹੜੀਆਂ ਲੈਂਡਸ ਨੇ ਉਹ ਕਿੰਨੇ ਪਾਰਟਸ ਦੇ ਵਿੱਚ ਡਿਵਾਈਡ ਕੀਤੀਆਂ ਗਈਆਂ ਨੇ ਜਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ। ਜਿਹੜੀਆਂ ਲੈਂਡਸ ਨੇ ਉਹ ਡਿਵਾਈਡ ਕੀਤੀਆਂ ਗਈਆਂ, ਲੈਂਡ ਅੰਡਰ ਟੂ ਦੀ ਫੋਰੈਸਟ, ਲੈਂਡ ਇਜ਼ ਸਨੋਨ ਏਰੀਆਜ਼, ਲੈਂਡ ਨਾਟ ਅਵੇਲੇਬਲ ਫॉर ਕਲਟੀਵੇਸ਼ਨਸ, ਫੋਲੋ ਲੈਂਡਸ, ਕਲਟੀਵੇਟੇਬਲ ਵੇਸਟੇਜ ਲੈਂਡ, ਅਤੇ ਲੈਂਡ ਅੰਡਰ ਟੂ ਦੀ ਪਲਸਚਰਸ ਐਂਡ ਪਲਾਂਟਸ। ਇਹ ਸਾਰੇ ਲੈਂਡਸ ਦੇ ਵੰਡੇ ਗਏ ਨੇ। ਜਿਹੜਾ ਇੰਡੀਆ ਦੇ ਵਿੱਚ ਆ ਉਹ 22.2% ਜਿਹੜਾ ਵਾ ਟੋਟਲ ਏਰੀਆ ਵਾ ਉਹ ਫੋਰੈਸਟ ਦੇ ਅੰਡਰ ਆਏਗਾ। ਤੁਸੀਂ ਇਹ ਯਾਦ ਰੱਖਣਾ ਵਾ, ਕਿਉਂਕਿ ਲਾਸਟ ਈਅਰ ਜਿਹੜਾ ਇਸ ਸੈਸ਼ਨ ਦੇ ਵਿੱਚ SST ਦਾ ਪੇਪਰ ਆਇਆ ਸੀ, ਉਹਦੇ ਵਿੱਚ ਇਹ ਕੁਐਸਚਨ ਆਇਆ ਸੀ ਵੀ ਇੰਡੀਆ ਦੇ ਵਿੱਚ ਜਿਹੜਾ ਫੋਰੈਸਟ ਲੈਂਡ ਦੇ ਅੰਡਰ ਕਿੰਨਾ ਏਰੀਆ ਆ ਰਿਹਾ ਵਾ, ਤਾਂ ਕਿੰਨਾ ਆ ਰਿਹਾ 22.2%। ਇਹ ਤੁਸੀਂ ਯਾਦ ਰੱਖਣਾ ਵਾ। ਅਤੇ ਡੈਂਸ ਪਾਪੂਲੇਸ਼ਨ ਦੇ ਵਿੱਚ 33% ਡੈਂਸ ਏਰੀਆ ਵਾ ਜਿਹੜਾ ਇੰਡੀਆ ਦਾ ਵਾ, ਜਿੱਥੇ ਕੀ ਆ ਲੋਕ ਪਾਪੂਲੇਸ਼ਨ ਰਹਿੰਦੀ ਆ। ਅਤੇ ਪਲਾਂਟੇਸ਼ਨਸ ਦੇ ਲਈ ਇਹਦਾ ਲਾਰਜ ਸਕੇਲ, ਅਤੇ ਇਹਦੇ ਵਿੱਚ ਹੁਣ ਕੀ ਆ ਫੋਰੈਸਟ ਕੱਟੇ ਜਾ ਰਹੇ ਨੇ, ਤਾਂ ਕਰਕੇ ਗੌਰਮੈਂਟ ਨੇ ਇਹਦੇ ਉੱਤੇ ਬੈਨ ਲਗਾ ਦਿੱਤਾ ਅਤੇ ਇਹਨੂੰ ਰਿਜ਼ਰਵਡ ਏਰੀਆ ਬਣਾ ਦਿੱਤਾ ਗਿਆ। ਆ ਤੁਹਾਨੂੰ ਇੱਕ ਡਾਇਗਰਾਮ ਦੇ ਥਰੂ ਇਹ ਦੱਸਿਆ ਜਾ ਰਿਹਾ ਵੀ ਕਿੰਨਾ ਪਰਸੈਂਟ ਕੀ ਆ। ਇਹਦੇ ਵਿੱਚ ਜਿਹੜਾ ਸਾਡੇ ਕੋਲ 23% ਜਿਹੜਾ ਵਾ ਉਹ ਨੈਟ ਸਨੋਇੰਗ ਏਰੀਆ ਵਾ। ਲੈਂਡ ਅੰਡਰ ਫੋਰੈਸਟ ਜਿਹੜਾ ਵਾ ਉਹ 22.2%। ਤਾਂ ਇਹ ਸਾਰਾ ਕੁਛ ਇਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਵਾ। ਨੈਕਸਟ ਹੈਗਾ ਵੀ ਜਿਹੜਾ ਇੰਡੀਆ ਦੇ ਵਿੱਚ ਲੈਂਡ ਜਿਹੜੀ ਆ ਉਹ ਕਿਸ ਤਰੀਕੇ ਦੇ ਯੂਜ਼ ਕੀਤੀਆਂ ਜਾਂਦੀਆਂ, ਕਿਹੜੇ ਕਿਹੜੇ ਕਲਰਸ ਦੀਆਂ ਮਿਲਦੀਆਂ ਨੇ, ਉਹ ਸਾਰੀਆਂ ਤੁਹਾਨੂੰ ਇਹਦੇ ਵਿੱਚ ਦੱਸੀਆਂ ਜਾ ਰਹੀਆਂ ਨੇ। ਨੈਕਸਟ ਹੈਗਾ ਵੀ ਜਿਹੜਾ ਇਹਦੀ ਕੈਟਾਗਰੀਜ਼ ਦੇ ਵਿੱਚ ਜਿਹੜਾ 14% ਜਿਹੜਾ ਲੈਂਡ ਏਰੀਆ ਵਾ ਉਹ ਕੀ ਆ, ਵੈਰਲ ਲੈਂਡ ਏਰੀਆ ਵਾ। ਜਿਵੇਂ ਕਿ ਫੈਲੋ ਲੈਂਡ ਅੰਡਰ 8% ਏਰੀਆ ਆ ਰਿਹਾ ਵਾ ਕੰਟਰੀ ਦਾ, ਜਿਹੜਾ ਕਿ ਕੀ ਆ ਕਲਚਰ, ਜਿਹੜਾ ਐਗਰੀਕਲਚਰ, ਅਤੇ ਬਟ ਇਹਨਾਂ ਨੂੰ ਵਿਦਆਊਟ ਐਗਰੀਕਲਚਰ ਦੇ ਲਈ 2 ਜਾਂ 5 ਸਾਲਾਂ ਲਈ ਨਹੀਂ ਕੀਤੀਆਂ ਜਾਂਦੀਆਂ ਹੈਗੀਆਂ। ਯਾਨੀ ਕਿ ਕਹਿਣ ਦਾ ਭਾਵ ਫੈਲੋ ਲੈਂਡ ਉਹ ਹੁੰਦੀਆਂ ਨੇ ਜਿਹਦੇ 'ਤੇ ਇੱਕ ਵਾਰ ਜੇਕਰ ਅਸੀਂ ਉਹਦੇ 'ਤੇ ਐਗਰੀਕਲਚਰ ਕਰਦੇ ਹਾਂ ਤਾਂ ਉਹਨਾਂ ਨੂੰ 1 ਜਾਂ 5 ਸਾਲ ਲਈ ਛੱਡਣਾ ਪੈਂਦਾ, ਤਾਂ ਜੋ ਕੀ ਆ ਪ੍ਰੋਪਰ ਫਰਟਾਈਲ ਹੋ ਜਾਣ। ਜੇਕਰ ਇੱਦਾਂ ਨਹੀਂ ਕਰਦੇ ਤਾਂ ਉਹ ਆਪਣੀ ਫਰਟੀਲਿਟੀ ਜਿਹੜੀ ਆ ਉਹ ਕੀ ਆ ਲੋਸਟ ਕਰ ਜਾਂਦੀਆਂ ਨੇ, ਤਾਂ ਉਹਨਾਂ ਲੈਂਡ ਨੂੰ ਫੈਲੋ ਲੈਂਡਸ ਕਿਹਾ ਜਾਂਦਾ ਵਾ। ਅਤੇ ਕੁਛ ਕੁ ਲੈਂਡ ਜਿਹੜੀ ਐਗਰੀਕਲਚਰ ਦੀ ਆ ਉਹ ਕੀ ਆ ਲੈਕ ਆਫ ਵਾਟਰ ਦੇ ਕਰਕੇ ਅਤੇ ਐਕਸੈਸ ਸਾਲਟ ਜਾਂ ਸੋਇਲ ਇਰੀਗੇਸ਼ਨਸ ਦੇ ਕਰਕੇ ਜਿਹੜੀ ਆ ਉਹ ਲੈਂਡ ਸਾਰੀ ਖਰਾਬ ਹੋ ਜਾਂਦੀ ਹੈ। 5% ਜਿਹੜਾ ਲੈਂਡ ਏਰੀਆ ਵਾ ਉਹ ਅੰਡਰ ਆਉਂਦਾ ਵਾ ਇਸ ਕੈਟਾਗਰੀ ਦੇ, ਐਗਰੀਕਲਚਰ ਦੇ ਕੈਟਾਗਰੀ ਦੇ, ਜਿਹੜਾ ਨਹੀਂ ਯੂਜ਼ ਕੀਤਾ ਜਾ ਰਿਹਾ ਵਾ।
ਪਲਾਂਟਸ ਤੇ ਪਲੈਸਚਰਸ ਦੇ ਵਿੱਚ 4% ਜਿਹੜਾ ਏਰੀਆ ਵਾ ਉਹ ਲੈਂਡ ਏਰੀਆ ਆ ਰਿਹਾ ਵਾ, ਜਿਹਦੇ ਵਿੱਚ ਕੀ ਆ ਲੋਕੀ ਆਪਣੇ ਜਾਨਵਰਾਂ ਨੂੰ ਘਾਹ ਚਰਾਉਣ ਦੇ ਲਈ ਛੱਡ ਦਿੰਦੇ ਨੇ ਤਾਂ ਜੋ ਉੱਥੇ ਕੀ ਆ ਗ੍ਰੀਜ਼ਿੰਗ ਕੀਤੀ ਜਾ ਸਕੇ। ਲੈਂਡ ਜਿਹੜਾ ਵਾ ਉਹ ਲਿਮਟਿਡ ਰਿਸੋਰਸ ਆ, ਜੇਕਰ ਅਸੀਂ ਇਹਨੂੰ ਪ੍ਰੋਪਰ ਨਹੀਂ ਯੂਜ਼ ਕੀਤਾ ਤਾਂ ਇਹ ਕੀ ਆ ਇੱਕ ਟਾਈਮ ਦੇ ਉੱਤੇ ਵੀ ਕੀ ਆ ਖਤਮ ਹੋ ਜਾਣਗੇ। ਸੋਇਲ ਰਿਸੋਰਸਿਸ, ਜਿਹੜੇ ਸੋਇਲ ਰਿਸੋਰਸਿਸ ਕੀ ਹੁੰਦੇ ਆ, ਸੋਇਲ ਕੀ ਹੁੰਦੀ ਆ, ਸਾਡੀ ਮਿੱਟੀ ਜਿਹੜੀ ਕਿ ਸਭ ਤੋਂ ਅੱਪਰ ਮੋਸਟ ਜਿਹੜੀ ਉਹ ਹੁੰਦੀ ਆ ਲੇਅਰ ਹੁੰਦੀ ਆ, ਉਹਨੂੰ ਅਸੀਂ ਸੋਇਲ ਕਹਿੰਦੇ ਆ। ਇਹਦੇ ਵਿੱਚ ਫਰਟੀਲਿਟੀ ਹੁੰਦੀ ਆ, ਜ਼ਿਆਦਾਤਰ ਇਹ ਰੌਕਸ ਤੋਂ ਬਣਦੀਆਂ ਨੇ, ਕਿਉਂਕਿ ਰੌਕਸ ਕਲਾਈਮੇਟਸ ਜਾਣੀ ਕਿ ਉਹ ਕੀ ਨੇ, ਜਦੋਂ ਮਿੱਟੀ ਦੇ ਨਾਲ ਬਹਿੰਦੀਆਂ ਨੇ ਤਾਂ ਉਹ ਇੱਕ ਜਗ੍ਹਾ ਉੱਤੇ ਵਿਛ ਜਾਂਦੀਆਂ, ਤਾਂ ਕਰਕੇ ਸੋਇਲ ਬਣ ਜਾਂਦੀ ਆ। ਇੰਡੀਆ ਦੇ ਵਿੱਚ ਜਿਹੜੀ ਐਗਰੀਕਲਚਰ ਲੈਂਡ ਆ, ਉਹ ਇੰਡੀਆ ਦੇ ਵਿੱਚ ਜਿਹੜੀ ਪਾਪੂਲੇਸ਼ਨ ਆ ਉਹ 60 to 70% ਜਿਹੜੇ ਪਾਪੂਲੇਸ਼ਨ ਆ ਉਹ ਕੀ ਆ ਐਗਰੀਕਲਚਰ ਦੇ ਉੱਤੇ ਬੇਸਡ ਆ। ਅਤੇ ਜਿਹੜੀਆਂ ਐਗਰੀਕਲਚਰ ਦੀਆਂ ਸੋਇਲ ਆ, ਸੋਇਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਤਾਂ ਇਹ ਕਿੰਨੇ ਪਾਰਟਸ ਦੇ ਹੁੰਦੇ ਨੇ, 6 ਤਰ੍ਹਾਂ ਦੀਆਂ ਹੁੰਦੀਆਂ ਨੇ। ਐਲੂਵੀਅਲ ਸੋਇਲ, ਬਲੈਕ ਸੋਇਲ, ਰੈੱਡ ਸੋਇਲ, ਫੋਰੈਸਟ ਐਂਡ ਮਾਊਂਟੇਨ ਸੋਇਲ, ਲੈਟਰੇਟ ਸੋਇਲ ਅਤੇ ਡੈਜ਼ਰਟ ਸੋਇਲ। ਇਹ ਜਿਹੜੀਆਂ 6 ਤੁਸੀਂ ਯਾਦ ਰੱਖਣੀਆਂ ਨੇ ਵੀ ਜਿਹੜੀਆਂ ਸੋਇਲ ਹੁੰਦੀਆਂ ਨੇ ਉਹ ਕਿੰਨੇ ਤਰ੍ਹਾਂ ਦੀਆਂ, 6 ਤਰ੍ਹਾਂ ਦੀਆਂ। ਨੈਚੁਰਲ ਰਿਸੋਰਸ ਕਿੰਨੇ ਤਰ੍ਹਾਂ ਦੇ ਹੁੰਦੇ ਆ, 6 ਤਰ੍ਹਾਂ ਦੇ ਹੁੰਦੇ ਆ। ਸਾਡੇ ਜਿਹੜਾ ਲੈਂਡ ਜਿਹੜੀ ਫੋਰੈਸਟ ਦੇ ਅੰਡਰ ਜਿਹੜੀ ਲੈਂਡ ਆਉਂਦੀ ਹੈ ਉਹ ਕਿੰਨੇ ਪਰਸੈਂਟ ਆ, 22%, 22.2%, ਠੀਕ ਹੈ। ਐਲੂਵੀਅਲ ਸੋਇਲ ਕਿਹੜੀ ਹੁੰਦੀ ਹੈ, ਇਹਦੇ ਵਿੱਚ 45% ਜਿਹੜਾ ਇੰਡੀਆ ਦੀ ਕੰਟਰੀਜ਼ ਆ ਇਹਦੇ ਵਿੱਚ ਜ਼ਿਆਦਾਤਰ ਐਲੂਵੀਅਲ ਸੋਇਲ ਮਿਲਦੀ ਆ। ਇਹ ਕੀ ਆ ਐਗਰੀਕਲਚਰ ਦੇ ਉੱਤੇ ਡਿਵੈਲਪ ਕੀਤੀ ਜਾਂਦੀ ਆ। ਇਹ ਰਿਵਰਸ ਅਤੇ ਪਲੇਨਸ ਦੁਆਰਾ ਬਣਾਈਆਂ ਜਾਂਦੀਆਂ ਨੇ ਅਤੇ ਇੱਥੇ ਜਾ ਕੇ ਡਿਪੋਜ਼ਿਟ ਹੋ ਜਾਂਦੀਆਂ ਨੇ। ਅਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਰਿਸੋਰਸਿਸ ਦੇ ਕਿਹਦੇ ਕਰਕੇ ਆਉਂਦੇ ਆ, ਫਲੱਡਸ ਦੇ ਕਰਕੇ ਸਾਰੀਆਂ ਆਪਰੇਟ ਹੁੰਦੀਆਂ ਨੇ। ਇਹਨਾਂ ਨੂੰ 2 ਤਰੀਕੇ ਦੇ ਵਿੱਚ ਵੰਡਿਆ ਗਿਆ ਵਾ, ਕਿਹੜੀ ਆ, ਇੱਕ ਹੁੰਦੀ ਆ ਖੱਦਰ ਅਤੇ ਇੱਕ ਹੁੰਦੀ ਆ ਬੰਕਰ। ਖੱਦਰ ਜਿਹੜੀ ਹੁੰਦੀ ਆ ਡਿਪੋਜ਼ਿਟ, ਜਿਹੜੀ ਕਿ ਸੋਇਲ ਲਿਆਂਦੀ ਜਾਂਦੀ ਆ, ਮਿੱਟੀ ਡਿਪੋਜ਼ਿਟ ਕਰਦੀ ਆ। ਅਤੇ ਬੰਕਰ ਕਿਹੜਾ ਹੁੰਦਾ ਵਾ, ਓਲਡ ਐਲੂਵੀਅਲ ਸੋਇਲ ਹੁੰਦੀ, ਯਾਨੀ ਕਿ ਪੁਰਾਣੀ ਜਿਹੜੀ ਕਿ ਖਾਦਰ ਆ, ਉਹ ਜਿਹੜੀ ਨਿਊ ਹੁਣ ਮਿੱਟੀ ਲਿਆ ਕੇ ਰੱਖੀ ਜਾਂਦੀ ਆ। ਤਾਂ ਇਹਨਾਂ ਦੇ ਵਿੱਚ ਜਿਹੜੇ ਨਾਰਥ ਇੰਡੀਆ ਦੇ ਵਿੱਚ ਜਿਹੜੇ ਪਲੇਨਸ ਬਣਦੇ ਆ ਉਹ ਐਲੂਵੀਅਲ ਸੋਇਲ ਦੇ ਫਾਊਂਡ ਹੁੰਦੇ ਆ। ਇਹ ਕਿਹਦੇ ਕਰਕੇ ਬਣਦੇ ਆ, ਗੰਗੈਟਿਕ ਬ੍ਰਹਮਪੁੱਤਰਾ ਪਲੇਨਸ, ਇਹ ਜਾਣੀ ਕਿ ਗੰਗਾ ਅਤੇ ਬ੍ਰਹਮਪੁੱਤਰਾ ਦੇ ਪਲੇਨਸ ਦੁਆਰਾ ਇਹ ਬਣਦੇ ਨੇ। ਅਤੇ ਇਹ ਐਗਰੀਕਲਚਰ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਅਤੇ ਵਧੀਆ ਸੋਇਲ ਹੈਗੀ ਆ। ਨੈਕਸਟ ਹੈਗੇ ਆ ਬਲੈਕ ਸੋਇਲ, ਇਹਨੂੰ ਰੰਗੂਨ ਸੋਇਲ ਜਾਂ ਕਾਟਨ ਸੋਇਲ ਵੀ ਕਿਹਾ ਜਾਂਦਾ। ਇਹਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹ ਕਾਟਨ ਦੀ ਐਗਰੀਕਲਚਰ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ। ਅਤੇ ਇਹ 66.6% ਜਿਹੜਾ ਇੰਡੀਆ ਦੇ ਏਰੀਆ ਵਾ ਉਹਦੇ ਵਿੱਚ ਇਹ ਮਿਲਦੀ ਆ। ਜ਼ਿਆਦਾਤਰ ਕਿੱਥੇ ਮਿਲਦੀ ਹੈ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ। ਅਤੇ ਬਲੈਕ ਸੋਇਲ ਦੇ ਵਿੱਚ ਹਿਊਮਿਡਿਟੀ ਜ਼ਿਆਦਾ ਹੁੰਦੀ ਆ ਅਤੇ ਇਹ ਲੌਂਗ ਸਮੇਂ ਤੱਕ ਇਹ ਜਿਹੜਾ ਪਾਣੀ ਨੂੰ ਓਬਜ਼ਰਵ ਕਰਕੇ ਰੱਖ ਸਕਦੀ ਆ। ਤਾਂ ਇਹਦੇ ਵਿੱਚ ਕਿਹੜੀਆਂ ਜ਼ਿਆਦਾਤਰ ਖੇਤੀਆਂ ਕੀਤੀਆਂ ਜਾਂਦੀਆਂ, ਕਾਟਨ, ਬੀਟ, ਜਵਾਰ, ਰੈਪਸੀਡਸ, ਤੰਬਾਕੂ ਅਤੇ ਸਨਫਲਾਵਰ, ਇਹ ਜ਼ਿਆਦਾਤਰ ਇਹਦੇ ਉੱਤੇ ਬੀਜੇ ਜਾਂਦੇ ਨੇ ਅਤੇ ਸ਼ੂਗਰ ਕੇਨ ਦੇ ਲਈ ਵੀ ਬੈਟਰ ਆ। ਨੈਕਸਟ ਹੈਗੀ ਆ ਰੈੱਡ ਸੋਇਲ। ਰੈੱਡ ਸੋਇਲ ਜਿਹੜੀ ਆ 10.6% ਏਰੀਆ ਜਿਹੜਾ ਵਾ ਕੰਟਰੀ ਦਾ ਉਹਦੇ ਵਿੱਚ ਇਹ ਮਿਲਦੀ ਆ ਅਤੇ ਇਹਨੂੰ ਇਹਦੇ ਨਾਮ ਦੇ ਕਰਕੇ ਹੀ ਇਹਨੂੰ ਰੈੱਡ ਸੋਇਲ ਕਿਹਾ ਜਾਂਦਾ ਵਾ। ਇਹਦੇ ਵਿੱਚ ਜਿਹੜਾ ਹੁੰਦਾ ਵਾ ਇਹ ਡਿਪੈਂਡ ਕਰਦੀ ਆ ਪੇਰੈਂਟ ਰੌਕਸ ਜਿਹੜੀਆਂ ਹੁੰਦੀਆਂ ਨੇ ਉਹ ਤੋਂ ਇਹ ਬਣਦੀ ਆ। ਇਹਦੇ ਵਿੱਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਨਾਈਟ੍ਰੋਜਨ, ਲੀਮਸ ਅਤੇ ਔਰਗੈਨਿਕ ਮੈਟਰ ਸਾਰੇ ਇਹਦੇ ਵਿੱਚ ਮਿਲਦੇ ਆ। ਇਹਦੇ ਵਿੱਚ ਜਿਹੜੀ ਖੇਤੀ, ਇਹ ਜ਼ਿਆਦਾਤਰ ਖੇਤੀ ਦੇ ਲਈ ਫਰਟਾਈਲ ਨਹੀਂ ਮੰਨੀ ਜਾਂਦੀ, ਪਰ ਇਹਨੂੰ ਫਰਟੀਲਿਟੀ ਕੀਤੀ ਜਾ ਸਕਦੀ ਹੈ। ਇਹਦੇ ਵਿੱਚ ਫਰਟੀਲਾਈਜ਼ਰ ਪਾ ਕੇ ਜਾਂ ਇਮੀਗ੍ਰੇਸ਼ਨ ਫੈਸਿਲਿਟੀ ਦੁਆਰਾ ਇਹਨੂੰ ਬਣਾਇਆ ਜਾ ਸਕਦਾ ਐਗਰੀਕਲਚਰ ਦੇ ਰਿਲੇਟਡ। ਇਹਦੇ ਵਿੱਚ ਬੀਟ, ਕਾਟਨ, ਪਰਲਸ ਅਤੇ ਹੋਰ ਚੀਜ਼ਾਂ ਵੀ ਇਹਦੇ ਵਿੱਚ ਬੀਜੀਆਂ ਜਾਂਦੀਆਂ ਨੇ। ਇਹ ਜ਼ਿਆਦਾਤਰ ਕਿੱਥੇ ਆ, ਕਰਨਾਟਕ, ਆਂਧਰਾ ਪ੍ਰਦੇਸ਼, ਰਾਜਸਥਾਨ, ਅਸਾਮ, ਨਾਗਾਲੈਂਡ ਐਕਸੈਕਟਰਾ ਦੇ ਵਿੱਚ ਮਿਲਦੀ ਆ। ਲੈਟਰੇਟ ਸੋਇਲ ਇਹ 90 to 100% ਮੇਡ ਅਪ ਹੁੰਦੀ ਆ ਆਕਸਾਈਡ ਦੇ ਵਿੱਚੋਂ, ਆਇਰਨ, ਐਲਮੋਨੀਅਮ, ਟਾਈਟੇਨੀਅਮ, ਮੈਗਨੀਸ਼ੀਅਮ ਇਹ ਤੋਂ ਮਿਲ ਕੇ ਬਣੀ ਹੁੰਦੀ ਆ। ਇਹ ਜਿਹੜੀ ਸੋਇਲ ਆ ਇਹ ਹਾਈ ਟੈਂਪਰੇਚਰ ਅਤੇ ਹੈਵੀ ਰੇਨ ਵਾਲੇ ਏਰੀਏ ਦੇ ਵਿੱਚ ਮਿਲਦੀਆਂ ਨੇ। ਅਤੇ ਜਿਹੜੀਆਂ ਇਹ ਰੇਨ ਦੇ ਡਿਊਟੀ ਦੇ ਕਰਕੇ ਜਿਹੜੀ ਥੋੜ੍ਹੀ ਜਿਹੀ ਫਰਟਾਈਲ ਬਣ ਜਾਂਦੀ ਆ ਅਤੇ ਇਹਦੇ ਵਿੱਚ ਇਹ ਲੇਅਰਸ ਬਣਦੀਆਂ ਰਹਿੰਦੀਆਂ ਨੇ ਅਰਥ ਦੇ ਉੱਤੇ, ਆਕਸਾਈਡ ਦੇ ਉੱਤੇ ਲੈਫਟ ਕਰ ਜਾਂਦੀ ਆ। ਲੈਫਟ ਦਾ ਮਤਲਬ ਵੀ ਜੇਕਰ ਇਹਦੇ ਉੱਤੇ ਬਾਰਿਸ਼ ਆਉਂਦੀ ਹੈ ਜਾਂ ਮੀਂਹ ਪੈਂਦਾ ਵਾ ਤਾਂ ਇਹ ਸਰਫੇਸ ਡੰਪ ਹੋ ਜਾਂਦਾ ਵਾ, ਤਾਂ ਇਹਦੇ ਉੱਤੇ ਜਿਹੜੀ ਨਮੀ ਆ ਉਹ ਪਰਤ ਇਹਦੇ ਉੱਤੇ ਵਿਚ ਜਾਂਦੀ ਆ। ਇਹ ਜ਼ਿਆਦਾਤਰ ਇਹਦੇ ਵਿੱਚ ਕਿਹੜੀ ਖੇਤੀ ਕੀਤੀ ਜਾਂਦੀ ਹੈ, ਟੀ, ਕੌਫੀ ਅਤੇ ਰਬੜ ਦੀ ਇਹਦੇ ਉੱਤੇ ਖੇਤੀ ਕੀਤੀ ਜਾਂਦੀ ਆ। ਅਤੇ ਇਹ 7.5 ਏਰੀਆ ਜਿਹੜਾ ਕੰਟਰੀ ਦਾ ਉਹ ਕਵਰ ਕਰਦੀ ਆ। ਨੈਕਸਟ ਹੈਗਾ ਫੋਰੈਸਟ ਐਂਡ ਮਾਊਂਟੇਨਸ ਟਾਈਪਸ ਆਫ ਦੀ ਸੋਇਲ। ਫੋਰੈਸਟ ਇਹ ਜਿਹੜੀ ਹੁੰਦੀ ਆ ਮਾਊਂਟੇਨ ਸੋਇਲ ਦੇ ਕਰਕੇ ਬਣਦੀ ਹੈ, ਯਾਨੀ ਕਿ ਮਾਊਂਟੇਨਸ ਜਿਹੜੀਆਂ ਮਿੱਟੀ ਆਉਂਦੀ ਆ ਉਹ ਥੱਲੇ ਡਿੱਗ ਜਾਂਦੀ ਆ ਤਾਂ ਉਹਦੇ ਕਰਕੇ ਵਿਛ ਜਾਂਦੀ ਆ ਅਤੇ ਪਲੇਨ ਦੇ ਕਰਕੇ ਚੱਲਦੀ ਆ। ਇਹਦੇ ਵਿੱਚ ਈਸਟ ਵੈਸਟ ਘਾਟ ਦੇ ਵਿੱਚ ਜ਼ਿਆਦਾਤਰ ਮਿਲਦੀ ਆ। ਇਹ ਜਿਹੜੀ ਟਾਈਪ ਸੋਇਲ ਹੁੰਦੀ ਹੈ ਕੀ ਹੁੰਦੀ ਆ, ਪੋਟਾਸ਼ੀਅਮ ਅਤੇ ਫਾਸਫੋਰਸ ਤੋਂ ਮਿਲ ਕੇ ਬਣਦੀ ਆ। ਅਤੇ ਇਹਦੇ ਵਿੱਚ ਅਸੀਂ ਫਰਟੀਲਾਈਜ਼ਰ ਪਾ ਕੇ ਇਹਨੂੰ ਯੂਜ਼ ਕੀਤੀ ਜਾ ਸਕਦੀ ਹੈ ਐਗਰੀਕਲਚਰ ਪਰਪਜ਼ ਦੇ ਲਈ। ਡੈਜ਼ਰਟ ਸੋਇਲ ਕਿਹੜੀ ਹੁੰਦੀਆਂ ਨੇ, ਡੈਜ਼ਰਟ ਸੋਇਲ ਉਹ ਸੋਇਲ ਹੁੰਦੀ ਹੈ ਜਿਹੜੀ ਕਿ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਵਿੱਚ ਮਿਲਦੀ ਹੈ। ਇਹ ਜ਼ਿਆਦਾਤਰ ਕੀ ਹੁੰਦੀ ਆ, ਇਹਦੇ ਵਿੱਚ ਹਿਊਮਿਡਿਟੀ ਘੱਟ ਹੁੰਦੀ ਆ ਅਤੇ ਇਹਦੇ ਵਿੱਚ ਜ਼ਿਆਦਾਤਰ ਇਹ ਖੇਤੀ ਨਹੀਂ ਕੀਤੀ ਜਾ ਸਕਦੀ, ਪਰ ਇਹਦੇ ਵਿੱਚ ਖੇਤੀ ਦੇ ਲਈ ਇਹਨੂੰ ਵਾਟਰ ਦੀ ਜ਼ਿਆਦਾ ਲੋੜ ਹੁੰਦੀ ਆ, ਪਰ ਇਹ ਜ਼ਿਆਦਾ ਪਾਣੀ ਨਾ ਹੋਣ ਕਰਕੇ ਇਹਦੇ ਵਿੱਚ ਸਿਰਫ ਥੋੜ੍ਹੀ ਜਿਹੀ ਖੇਤੀ ਕੀਤੀ ਜਾ ਸਕਦੀ ਹੈ, ਜਿਵੇਂ ਬਾਜਰਾ ਹੋ ਗਿਆ ਵਾ,
ਦਾਲਾਂ ਹੋ ਗਈਆਂ ਨੇ, ਤਾਂ ਇਹ ਚੀਜ਼ਾਂ ਇਹਦੇ ਵਿੱਚ ਬਣ ਸਕਦੀਆਂ ਨੇ। ਪੰਜਾਬ ਦੇ ਵਿੱਚ ਇਹ ਕੈਨਲ ਹੋਣ ਦੇ ਕਰਕੇ ਇੱਥੇ ਕੀ ਆ ਇਹਨੂੰ ਕ੍ਰੌਪਸ ਇਹਦੇ ਵਿੱਚ ਬੀਜੀਆਂ ਜਾ ਸਕਦੀਆਂ, ਪਰ ਰਾਜਸਥਾਨ ਦੇ ਵਿੱਚ ਸਿਰਫ ਇਹੀ ਚੀਜ਼ਾਂ ਹੀ ਬੀਜੀਆਂ ਜਾ ਸਕਦੀਆਂ ਜਾਂ ਇਹਦੇ ਵਿੱਚ ਸਪਾਈਸਿਸ ਮਿਲ ਜਾਂਦੇ ਨੇ। ਨੈਕਸਟ ਹੈਗਾ ਸਾਡੇ ਕੋਲ ਪ੍ਰੋਬਲਮਸ ਆਫ ਦੀ ਸੋਇਲ ਰਿਸੋਰਸਿਸ। ਜਿਹੜੇ ਸੋਇਲ ਰਿਸੋਰਸਿਸ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਆਊਟ ਕਰਨੀਆਂ ਪੈਂਦੀਆਂ, ਜਿਵੇਂ ਕਿ ਸੋਇਲ ਇਰੀਗੇਸ਼ਨ ਵੀ, ਜਾਣੀ ਕਿ ਮਿੱਟੀ ਦਾ ਖੁਰਨਾ, ਫਰਟੀਲਿਟੀ ਦਾ ਘਟਨਾ ਵਾ, ਜਾਂ ਫਿਰ ਕੀ ਆ ਸੈਂਡਸ ਕੰਡੀਸ਼ਨਸ ਵੀ, ਉਹਨੂੰ ਕੀ ਆ ਇੱਕ ਮਿੱਟੀ ਜਾਂ ਮਿੱਟੀ ਦੇ ਇੱਕ ਲੱਡੂ ਜਿਹਾ ਟਾਈਪ ਬਣ ਜਾਣਾ। ਐਸਿਡਿਕ ਜਾਂ ਐਲਕਿਨਿਟੀ ਵੀ, ਉਹਦੇ ਵਿੱਚ ਐਸਿਡਿਕ ਪਾਵਰ ਵੱਧ ਜਾਣੀ ਆ, ਜਾਂ ਫਿਰ ਉਹਦੇ ਵਿੱਚ ਕੀ ਆ ਸੋਇਲ ਦੀ ਐਕਸੈਸ ਕਪੈਸਿਟੀ ਤੋਂ ਵੱਧ ਯੂਜ਼ ਕਰ ਲੈਣਾ ਤਾਂ ਉਹ ਖਰਾਬ ਹੋ ਜਾਂਦੀ ਆ, ਜਾਂ ਵਾਟਰ ਲੂਜ਼ਿੰਗ ਜਾਂ ਕੀ ਆ ਉਹ ਪਾਣੀ ਨੂੰ ਛੱਡਣ ਲੱਗ ਜਾਂਦੀ ਆ, ਤਾਂ ਇਹ ਵੀ ਮਿੱਟੀ ਸਾਰੀ ਖਰਾਬ ਹੋਣ ਦੀਆਂ ਪ੍ਰੋਬਲਮਸ ਅਰੇਂਜ ਹੁੰਦੀਆਂ ਨੇ। ਕੰਜ਼ਰਵੇਸ਼ਨ ਆਫ ਸੋਇਲ ਵੀ, ਅਸੀਂ ਸੋਇਲ ਨੂੰ ਕਿਵੇਂ ਬਚਾ ਕੇ ਰੱਖ ਸਕਦੇ ਹਾਂ, ਇਹਨੂੰ ਪ੍ਰੋਟੈਕਟ ਕਰਨ ਦੇ ਲਈ ਸਾਨੂੰ ਕੀ ਆ ਵੀ ਜ਼ਿਆਦਾ ਇਹਨੂੰ ਯੂਜ਼ ਨਹੀਂ ਕਰਨਾ ਚਾਹੀਦਾ ਵਾ। ਕੁਛ ਟਾਈਮ ਤੋਂ ਬਾਅਦ ਸਾਨੂੰ ਕੀ ਆ ਇਹਨਾਂ ਦੇ ਉੱਤੇ ਇਹਨਾਂ ਨੂੰ ਥੋੜ੍ਹਾ ਟਾਈਮ ਦੇ ਲਈ ਰਿਲੀਫ ਦੇਣਾ ਚਾਹੀਦਾ ਵਾ। ਜਿਵੇਂ ਅਸੀਂ ਆਪਣੀ ਕ੍ਰੌਪਸ ਬੀਜ ਦਿੰਦੇ ਹਾਂ, ਥੋੜ੍ਹਾ ਟਾਈਮ ਇਹਨੂੰ ਰਿਲੀਫ ਦੇਣਾ ਚਾਹੀਦਾ ਤਾਂ ਜੋ ਕੀ ਹੈ ਇਹਦੀ ਫਰਟੀਲਿਟੀ ਵੀ ਇਨਕਰੀਜ਼ ਹੋ ਸਕੇ। ਫਲੱਡਸ ਨੂੰ ਰੋਕਣ ਦੇ ਲਈ ਸਾਨੂੰ ਕੀ ਆ ਗੌਰਮੈਂਟਸ ਨੂੰ ਡੈਮਸ ਬਣਾਉਣੇ ਚਾਹੀਦੇ ਆ ਤਾਂ ਜੋ ਉਹਨਾਂ ਦਾ ਜਿਹੜਾ ਵਾਟਰ ਰਿਸੋਰਸਿਸ ਆ ਉਹ ਹੋਰ ਪਰਪਸ ਦੇ ਲਈ ਯੂਜ਼ ਕੀਤਾ ਜਾ ਸਕੇ। ਅਤੇ ਇਹਦੇ ਨਾਲ ਕੀ ਆ ਜਿਹੜੀਆਂ ਉਪਜਾਊ ਜਿਹੜੀ ਮਿੱਟੀ ਹੁੰਦੀਆਂ ਨੇ ਫਰਟਾਈਲ ਜਿਹੜੀ ਸੋਇਲ ਆ ਉਹ ਇਹਦੇ ਨਾਲ ਰੁੜ ਕੇ ਨਾ ਜਾਵੇ, ਤਾਂ ਕਰਕੇ ਇਹਨਾਂ ਨੂੰ ਡੈਮ ਬਣਾਉਣਾ ਪਵੇਗਾ। ਠੀਕ ਹੈ ਜੀ। ਨੈਕਸਟ ਹੈਗਾ ਵੀ ਆ ਤੁਹਾਨੂੰ ਦੱਸਿਆ ਟਾਈਪਸ ਆਫ ਸੋਇਲ ਵੀ ਕਿੱਥੇ ਕਿੱਥੇ ਮਿਲਦੀਆਂ ਨੇ। ਵਾਟਰ ਰਿਸੋਰਸਿਸ, ਵਾਟਰ ਜਿਹੜਾ ਵਾ ਇੱਕ ਇੰਪੋਰਟੈਂਟ ਰਿਸੋਰਸ ਹੈ ਜਿਹੜਾ ਅਰਥ ਦੇ ਵਿੱਚ ਸਾਡੇ 71% ਜਿਹੜਾ ਵਾ ਉਹ ਵਾਟਰ ਮਿਲਦਾ ਵਾ। ਵਾਟਰ ਨੂੰ ਕਈ ਪਰਪਸ ਲਈ ਯੂਜ਼ ਕੀਤਾ ਜਾਂਦਾ, ਜਿਵੇਂ ਡਰਿੰਕਿੰਗ, ਬਾਥਿੰਗ, ਵਾਸ਼ਿੰਗ ਦੇ ਲਈ। ਇਸ ਤੋਂ ਇਲਾਵਾ ਜਿਹੜਾ ਵਾ ਪਲੈਨਟ ਆ ਜਿਹੜਾ ਸਾਡਾ ਅਰਥ ਆ ਉਹਨੂੰ ਕੀ ਕਿਹਾ ਜਾਂਦਾ, ਵਾਟਰ ਪਲੈਨਟ ਵੀ ਕਿਹਾ ਜਾਂਦਾ। ਇਹ ਥੱਲੇ ਡਿਸਟਰੀਬਿਊਸ਼ਨ ਦੱਸੀਆਂ ਹੋਈਆਂ ਨੇ, ਤੁਸੀਂ ਆਪ ਹੀ ਯਾਦ ਕਰ ਸਕਦੇ ਹੋ। ਅਤੇ ਅੰਡਰਗਰਾਊਂਡ ਜਿਹੜਾ ਵਾਟਰ ਆ ਉਹ ਜ਼ਰੂਰ ਯਾਦ ਰੱਖਿਓ 0.64% ਆ। ਅਤੇ ਜਿਹੜਾ ਵਰਲਡ ਦੇ ਵਿੱਚ ਜਿਹੜਾ ਯੂਜ਼ ਕੀਤਾ ਜਾਂਦਾ 93.7% ਜਿਹੜਾ ਯੂਜ਼ ਕੀਤਾ ਜਾਂਦਾ ਉਹ ਅੰਡਰਗਰਾਊਂਡ ਵਾਟਰ ਆ, ਉਹ ਐਗਰੀਕਲਚਰ ਪਰਪਸ ਲਈ ਯੂਜ਼ ਕੀਤਾ ਜਾਂਦਾ। ਡਰਿੰਕਿੰਗ ਪਰਪਸ ਦੇ ਲਈ ਸਾਡੇ ਕੋਲ ਸਿਰਫ ਥੋੜ੍ਹੇ ਜਿਹੇ ਰਿਸੋਰਸਿਸ ਨੇ। ਹੁਣ ਜਿਹੜੇ ਵਾਟਰ ਦੀ ਸਪਲਾਈ, ਜਿਵੇਂ ਕਿ ਹੁਣ ਤੁਸੀਂ ਕੀ ਆ ਵੀ ਅਸੀਂ ਵਾਟਰ ਨੂੰ ਮਿਸਯੂਜ਼ ਕਰ ਰਹੇ ਹਾਂ, ਤਾਂ ਕੁਝ ਟਾਈਮ ਇਹੋ ਜਿਹਾ ਆਏਗਾ ਜਦੋਂ ਇਹ ਸਾਡਾ ਡਰਿੰਕਿੰਗ ਵਾਟਰ ਦਾ ਜਿਹੜਾ ਰਿਸੋਰਸਿਸ ਆ ਉਹ ਖਤਮ ਹੋ ਜਾਣਗੇ, ਤਾਂ ਸਾਨੂੰ ਕਾਫੀ ਵੱਡੀਆਂ ਪ੍ਰੋਬਲਮਸ ਫੇਸ ਆਊਟ ਕਰਨੀਆਂ ਪੈਣਗੀਆਂ। ਵਾਟਰ ਦੇ ਰਿਸੋਰਸ ਕਿਹੜੇ ਕਿਹੜੇ ਨੇ? ਰੇਨਫਾਲ ਆ ਵੀ, ਮੀਂਹ ਪੈਣਾ ਵਾ। ਦੂਸਰਾ ਕੀ ਆ ਰਿਵਰਸ ਅਤੇ ਸਟਰੀਮਸ ਜਿਹੜੀਆਂ ਸਾਡੀਆਂ ਨਦੀਆਂ ਚੱਲਦੀਆਂ ਨੇ, ਕੈਨਲਸ ਜਿਹੜੀਆਂ ਸਾਡੀਆਂ ਛੋਟੀਆਂ ਨਦੀਆਂ ਬਣਾਈਆਂ ਹੋਈਆਂ ਨੇ, ਟੈਂਕਸ ਜਿਵੇਂ ਅਸੀਂ ਸਟੋਰ ਕਰਕੇ ਰੱਖ ਸਕਦੇ ਹਾਂ ਅੰਡਰਗਰਾਊਂਡ ਵਾਟਰ ਜਿਹੜਾ ਥੱਲੇ ਵਾਲਾ ਪਾਣੀ ਆ। ਜਿਹੜਾ ਰੇਨਫਾਲ ਆ ਉਹ ਸਭ ਤੋਂ ਇੰਪੋਰਟੈਂਟ ਰਿਸੋਰਸਿਸ ਆ, ਅਤੇ ਇਹ ਕੀ ਆ ਜਿੱਥੇ ਹੈਵੀ ਰੇਨਫਾਲ ਹੁੰਦਾ ਵਾ ਤਾਂ ਉੱਥੇ ਜਿਹੜਾ ਵਾ ਪਾਣੀ ਦੀ ਕਮੀ ਨਹੀਂ ਹੁੰਦੀ ਹੈਗੀ, ਅਤੇ ਉੱਥੇ ਪਾਣੀ ਜ਼ਿਆਦਾ ਮਿਲਦਾ ਵਾ। ਅਤੇ ਦੂਸਰੀ ਸਾਈਡ ਕੁਛ ਇਹੋ ਜਿਹੇ ਏਰੀਆ ਹੁੰਦੇ ਜਿੱਥੇ ਕਿ ਰੇਨ ਬਹੁਤ ਘੱਟ ਹੁੰਦੀ ਹੈ ਜਾਂ ਨਾ ਦੇ ਬਰਾਬਰ ਹੁੰਦੇ, ਜਿਵੇਂ ਰਾਜਸਥਾਨ, ਉੱਥੇ ਕੀ ਆ ਡੈਜ਼ਰਟ ਜ਼ਰੂਰ ਰਾਈਜ਼ ਹੋਣਗੇ। ਰਿਵਰ ਅਤੇ ਸਟਰੀਮ ਜਿਹੜੇ ਨੇ ਇਹ ਵੀ ਹਿਊਮਨ ਡਿਵੈਲਪਮੈਂਟ ਦੇ ਲਈ ਬਹੁਤ ਜ਼ਿਆਦਾ ਰਿਸੋਰਸ ਯੂਜ਼ਫੁਲ ਸੀਗੇ। ਜਦੋਂ ਹਿਊਮਨ ਸਿਵਲਾਈਜੇਸ਼ਨ ਇਨਕਰੀਜ਼ ਹੋ ਰਹੀ ਸੀ, ਜਾਣੀ ਕਿ ਉਹ ਆਪਣੀ ਅਵੇਅਰਨੈਸ ਇਨਕਰੀਜ਼ ਕਰ ਰਹੀ ਸੀ, ਤਾਂ ਕੈਨਲਸ ਅਤੇ ਰਿਵਰਸ ਦੇ ਥਰੂ ਉਹਨਾਂ ਨੇ ਕਾਫੀ ਮੋਡੀਫਿਕੇਸ਼ਨ ਕੀਤੀ। ਕੰਜ਼ਰਵੇਸ਼ਨ ਆਫ ਟੂ ਦੀ ਵਾਟਰ, ਸਾਨੂੰ ਵਾਟਰ ਨੂੰ ਕਿਉਂ ਬਚਾਉਣਾ ਚਾਹੀਦਾ? ਕਿਉਂਕਿ ਜਿਸ ਹਿਸਾਬ ਨਾਲ ਅਸੀਂ ਪਾਣੀ ਨੂੰ ਯੂਜ਼ ਕਰ ਰਹੇ ਹਾਂ ਉਸ ਹਿਸਾਬ ਨਾਲ ਕੀ ਹੈ ਜਿਹੜਾ ਵਾਟਰ ਦਾ ਲੈਵਲ ਆ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਵਾ। ਸਾਨੂੰ ਕੀ ਆ ਜਿਹੜੇ ਇਮੀਗ੍ਰੇਸ਼ਨ ਦੇ ਨਿਊ ਮੈਥਡ ਯੂਜ਼ ਕਰਨੇ ਚਾਹੀਦੇ, ਜਿਵੇਂ ਸਪ੍ਰਿੰਕਲਸ ਮੈਥਡਸ ਹੋ ਗਿਆ ਜਾਂ ਡਰੋਪ ਵਾਟਰਸ ਦਾ। ਇਹ ਚੀਜ਼ਾਂ ਸਾਨੂੰ ਹੈਲਪ ਕਰਦੀਆਂ ਨੇ ਵੀ ਵੇਸਟੇਜ ਆਫ ਵਾਟਰ ਨੂੰ ਰੋਕਣ ਦੇ ਵਿੱਚ। ਨੈਕਸਟ ਹੈਗਾ ਨੈਚੁਰਲ ਵੈਜੀਏਸ਼ਨ ਰਿਸੋਰਸਿਸ, ਵੀ ਜਿਹੜੇ ਕੁਦਰਤ ਦੁਆਰਾ ਦਿੱਤੀਆਂ ਗਈਆਂ ਬਨਸਪਤੀਆਂ ਨੇ, ਇਹ ਵੀ ਇੱਕ ਸਾਡੇ ਲਈ ਸਭ ਤੋਂ ਯੂਜ਼ਫੁਲ ਥਿੰਗਸ ਨੇ। ਇਹ ਕੀ ਨੇ? ਰੀਨਿਊਏਬਲਸ ਰਿਸੋਰਸਿਸ ਨੇ, ਜਾਣੀ ਕਿ ਇਹਨਾਂ ਨੂੰ ਦੁਬਾਰਾ ਬਣਾਇਆ ਜਾ ਸਕਦਾ, ਪਰ ਲੋੜ ਕੀ ਆ ਸਾਨੂੰ ਉਸ ਚੀਜ਼ਾਂ ਨੂੰ ਸੰਭਾਲ ਕੇ ਰੱਖਣ ਦੀ। ਵੀ ਜੇਕਰ ਅਸੀਂ ਜਿਹੜੀ ਸਾਡੀ ਕੁਦਰਤੀ ਵੈਜੀਏਸ਼ਨ ਆ ਜੇਕਰ ਅਸੀਂ ਉਹਨੂੰ ਨਹੀਂ ਸੰਭਾਲ ਕੇ ਰੱਖ ਸਕਦੇ, ਤਾਂ ਸਾਨੂੰ ਕੀ ਆ ਅੱਗੇ ਜਾ ਕੇ ਟਾਈਮਸ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਆਊਟ ਹੋਣਗੀਆਂ, ਜਿਵੇਂ ਸੋਇਲ ਦੇ ਰਿਲੇਟਡ, ਕਲਾਈਮੇਟ ਦੇ ਰਿਲੇਟਡ, ਐਵਰੀਥਿੰਗਸ ਵਿਚ ਹੈਵ ਬੀਨ ਮੋਰ ਪ੍ਰੋਬਲਮ ਫੇਸ ਆਊਟ ਰਿਗਾਰਡਿੰਗ ਵੈਨ ਯੂ ਹੈਵ ਬੀਨ ਡਿਕਰੀਜ਼ਿੰਗ ਦੀ ਰੇਟ ਆਫ ਦੀ ਨੈਚੁਰਲ ਵੈਜੀਏਸ਼ਨ। ਨੈਚੁਰਲ ਵੈਜੀਏਸ਼ਨ ਇਜ਼ ਆਲਸੋ ਕਾਲਡ ਟੂ ਦੀ ਐਜ਼ ਏ ਫੋਰੈਸਟ, ਵੀ ਇਹਨਾਂ ਨੂੰ ਫੋਰੈਸਟ ਵੀ ਕਿਹਾ ਜਾ ਸਕਦਾ। ਜਿਹੜੇ ਫੋਰੈਸਟ ਨੇ ਉਹ ਅੱਗੇ ਡਿਵਾਈਡ ਕੀਤੇ ਗਏ ਨੇ ਉਹਨਾਂ ਦੇ ਅਕੋਰਡਿੰਗ ਟੂ ਕਿਸ ਤਰ੍ਹਾਂ ਦੇ ਨੇ। ਨੈਕਸਟ ਹੈਗਾ ਵੀ ਜਿਵੇਂ ਇਹਨਾਂ ਨੇ ਡਿਵਾਈਡ ਕੀਤਾ, ਜਿਵੇਂ ਐਵਰਗ੍ਰੀਨ ਫੋਰੈਸਟ, ਡੈਸੀਓਇਲਸ ਫੋਰੈਸਟ, ਡੈਜ਼ਰਟਸ, ਡਰਾਈ ਫੋਰੈਸਟ, ਮਾਊਂਟੇਨਸ ਡੈਜ਼ਰਟਸ ਅਤੇ ਮਾਊਂਟੇਨਸ ਫੋਰੈਸਟ ਅਤੇ ਡੈਲਟਾ ਫੋਰੈਸਟ। ਐਵਰਗ੍ਰੀਨ ਫੋਰੈਸਟ ਜਿਹੜੇ ਕਿ ਪੂਰੇ ਸਾਲ ਜਿਹੜੇ ਨੇ ਐਵਰੀ ਸੀਜ਼ਨ ਕੀ ਨੇ ਉਹ ਹਮੇਸ਼ਾ ਹਰੇ ਭਰੇ ਰਹਿੰਦੇ ਆ। ਇਹ ਜ਼ਿਆਦਾਤਰ ਕਿੱਥੇ ਮਿਲਦੇ ਆ? ਵੈਸਟ ਘਾਟ ਦੇ ਵਿੱਚ, ਜਿਹੜਾ ਸਾਊਥ ਇੰਡੀਆ ਦੇ ਵਿੱਚ ਪੈਂਦਾ ਵਾ ਉੱਥੇ ਮਿਲਦੇ ਆ। ਵੈਸਟ ਬੰਗਾਲ, ਅਸਾਮ, ਅਤੇ ਜਿੱਥੇ ਕੀ ਆ ਹਿਮਾਲਿਆ ਦੀ ਲੋਅਰ ਸਲੋਪ ਪੈਂਦੀ ਹੈ, ਜਾਣੀ ਕਿ ਉੱਪਰ ਕਸ਼ਮੀਰ ਸਾਈਡ ਤੋਂ ਲੈ ਕੇ ਜਿਹੜੇ ਇੱਥੇ ਕੀ ਨੇ ਐਵਰਗ੍ਰੀਨ ਫੋਰੈਸਟ ਮਿਲਦੇ ਆ। ਕਰਨਾਟਕ ਜਿਹੜੇ ਨੇ ਇਹ ਕੀ ਨੇ ਵੈਸਟਰਨ ਘਾਟ ਦੇ ਨੇੜੇ ਪੈਂਦੇ ਆ, ਤਾਂ ਕਰਕੇ ਇੱਥੇ ਵੀ ਕੀ ਆ ਐਵਰਗ੍ਰੀਨ ਫੋਰੈਸਟ ਮਿਲ ਸਕਦੇ ਆ। ਡੈਸਾਈਜ਼ ਫੋਰੈਸਟ ਇਹ ਕੀ ਹੁੰਦੇ ਆ? ਇਹ ਸਿਰਫ ਇੱਕ ਸੀਜ਼ਨ ਦੇ ਵਿੱਚ ਇਹਨਾਂ ਦੇ ਲੀਫ ਕੀ ਹੁੰਦੇ ਆ ਸ਼ਟ ਕਰ ਜਾਂਦੇ ਆ, ਅਤੇ ਉਸ ਤੋਂ ਬਾਅਦ ਦੁਬਾਰਾ ਇਹਦੇ ਵਿੱਚ ਰੀਫ ਆਉਂਦੇ ਆ, ਜਾਣੀ ਕਿ ਸਪ੍ਰਿੰਗ ਬਸੰਤ ਰੁੱਤ ਦੇ ਵਿੱਚ ਇਹਨਾਂ ਦੁਬਾਰਾ
ਜਿਹੜੇ ਪੱਤੇ ਨੇ ਉਹ ਰਾਈਜ਼ ਹੋ ਜਾਂਦੇ ਆ। ਜ਼ਿਆਦਾਤਰ ਸਾਊਥ ਇੰਡੀਆ ਦੇ ਵਿੱਚ ਫਾਊਂਡ ਆਊਟ ਹੁੰਦੀ ਆ, ਅਤੇ ਇਹਦੇ ਵਿੱਚ ਇੰਪੋਰਟੈਂਟਸ ਜਿਹੜੀਆਂ ਸਾਨੂੰ ਲੱਕੜੀਆਂ ਨੇ ਉਹ ਪ੍ਰਾਪਤ ਹੁੰਦੀਆਂ ਨੇ, ਜਿਵੇਂ ਬੰਬੋ ਹੋ ਗਿਆ, ਖੇਰਸ ਹੋ ਗਿਆ, ਸਾਲ ਹੋ ਗਿਆ, ਟੱਕਲ ਹੋ ਗਿਆ, ਇਹ ਸਾਰੇ ਮਿਲਦੇ ਆ। ਡੈਜ਼ਰਟ ਫੋਰੈਸਟ ਵੈਜੀਏਸ਼ਨ, ਜਿਹੜੀ ਡੈਜ਼ਰਟ ਵੈਜੀਏਸ਼ਨ ਆ ਉਹ ਕੀ ਹੁੰਦੀ ਆ, ਜਿਹੜੇ ਕਿ ਸਾਨੂੰ ਮਾਰੂਥਲਾਂ ਦੇ ਵਿੱਚ ਮਿਲਦੀ ਹੈ, ਜਿੱਥੇ ਕੀ ਆ ਰੇਨ ਘੱਟ ਹੁੰਦਾ। ਜ਼ਿਆਦਾਤਰ ਇਹ ਰਾਜਸਥਾਨ ਜਾਂ ਹਰਿਆਣਾ, ਪੰਜਾਬ ਦਾ ਵੀ ਕੁਛ ਏਰੀਆ ਇਹਦੇ ਵਿੱਚ ਆਉਂਦਾ ਵਾ, ਅਤੇ ਇਹਦੇ ਵਿੱਚ ਜਿਹੜੇ ਹੁੰਦੇ ਆ ਸਾਨੂੰ ਕੀ ਆ ਸਪਾਈਸਿਸ ਜਾਂ ਵਧੀਆ ਕੁਆਲਿਟੀ ਦੀ ਜਿਹੜੀ ਫੂਡਸ ਨੇ ਉਹ ਇੱਥੋਂ ਨਹੀਂ ਪ੍ਰੋਵਾਈਡਸ ਹੋ ਸਕਦੀਆਂ। ਨੈਕਸਟ ਹੈਗਾ ਵਾ ਡੈਜ਼ਰਟ ਵੇਰੀਏਸ਼ਨ ਹੋ ਗਿਆ। ਮਾਊਂਟੇਨੀਅਸ ਵੈਜੀਏਸ਼ਨ, ਵੀ ਜਿਹੜੀਆਂ ਮਾਊਂਟੇਨਸ ਦੇ ਉੱਤੇ ਵੈਜੀਏਸ਼ਨ ਮਿਲਦੀਆਂ ਨੇ। ਹੁਣ ਇਹ ਕੀ ਨੇ, ਕਸ਼ਮੀਰ ਆ ਗਿਆ, ਜਿਹੜੇ ਹਿਮਾਲਿਆ ਦੇ ਸਲੋਪ ਦੇ ਅੰਡਰ ਆਉਂਦੀਆਂ ਨੇ, ਤਾਂ ਇੱਥੇ ਕੀ ਨੇ ਡਿਫਰੈਂਟ ਤਰ੍ਹਾਂ ਦੀਆਂ ਅਤੇ ਵਧੀਆ ਕੁਆਲਿਟੀ ਦੀ ਸਾਨੂੰ ਫੂਡ ਪ੍ਰੋਵਾਈਡਸ ਹੁੰਦੀਆਂ ਨੇ। ਇੱਥੋਂ ਕੀ ਸਾਨੂੰ ਮੈਡੀਸਨਸ ਦੇ ਲਈ ਵੀ ਬਣਦੀਆਂ ਨੇ, ਅਤੇ ਕਈ ਤਰ੍ਹਾਂ ਦੀਆਂ ਬਿਲਡਿੰਗਸ ਦੇ ਲਈ ਜਾਂ ਰੇਲਵੇ ਕੋਚਿਸ ਦੇ ਲਈ ਇੱਥੋਂ ਜਿਹੜੀ ਗੁੱਡ ਕੁਆਲਿਟੀ ਦਾ ਜਿਹੜਾ ਫਰਨੀਚਰ ਆ ਉਹਦੇ ਲਈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਥੋਂ ਵੁੱਡ ਸਾਨੂੰ ਪ੍ਰੋਵਾਈਡ ਹੁੰਦੀ ਹੈ। ਡੈਲਟਿਕ ਟਾਈਪਸ ਆਫ ਵੈਜੀਏਸ਼ਨ, ਇਹ ਜਿਹੜੇ ਕੀ ਹੁੰਦੇ ਆ ਡੈਲਟਾ ਦੇ ਨੀਅਰ, ਯਾਨੀ ਕਿ ਸੀ ਕੋਸਟ ਦੇ ਨੀਅਰ ਬਾਏ ਜਿਹੜੇ ਡੈਲਟਾ ਇਕੱਠਾ ਹੋ ਜਾਂਦਾ ਵਾ, ਤਾਂ ਉੱਥੇ ਜਾ ਕੇ ਇਹ ਕੀ ਆ ਵੈਜੀਏਸ਼ਨ ਅਰਾਈਜ਼ ਹੁੰਦੀਆਂ ਨੇ। ਜਾਂ ਸੁੰਦਰਬਨ ਇਹਨਾਂ ਦੀ ਇੱਕ ਬਿਗੈਸਟ ਐਗਜ਼ਾਮਪਲ ਹੈ, ਯਾਦ ਰੱਖਣਾ ਵੀ ਕਿਹੜਾ ਵਾ। ਸੁੰਦਰਬਨ ਇਹਦੀ ਸਭ ਤੋਂ ਵੱਡੀ ਇੰਪੋਰਟੈਂਟ ਐਗਜ਼ਾਮਪਲ ਹੈ, ਜਿੱਥੇ ਕਈ ਤਰ੍ਹਾਂ ਦੇ ਡਿਫਰੈਂਟ ਸਾਨੂੰ ਟਰੀਜ਼ ਮਿਲਦੇ ਆ, ਅਤੇ ਕੁਆਲੀਟੇਟਿਵਸ ਜਿਹੜੇ ਨੇ ਟਰੀਜ਼ ਉੱਥੇ ਪ੍ਰੋਵਾਈਡਸ ਹੁੰਦੇ ਆ। ਕਿਹਦੇ ਕਰਕੇ ਹੁੰਦੇ ਆ, ਗੰਗਾ ਅਤੇ ਬ੍ਰਹਮਪੁੱਤਰਾ ਦੇ ਪਲੇਨ ਦੇ ਕਰਕੇ। ਵਾਈਲਡ ਲਾਈਫ ਰਿਸੋਰਸਿਸ, ਜਿਹੜੇ ਜੰਗਲੀ ਜੀਵਨ ਨੇ ਉਹ ਵੀ ਸਾਡੇ ਜਿਹੜਾ ਕਲਾਈਮੇਟਸ ਆ ਅਤੇ ਸਾਡੇ ਜਿਹੜੇ ਟੈਂਪਰੇਚਰ ਆ ਉਹਦੇ 'ਤੇ ਇਫੈਕਟ ਕਰਦੇ ਆ, ਅਤੇ ਇਹ ਸਾਡੇ ਲਈ ਇੱਕ ਇੰਪੋਰਟੈਂਟ ਰਿਸੋਰਸਿਸ ਨੇ, ਜਿਹਦੇ ਨਾਲ ਅਸੀਂ ਕੀ ਆ ਆਪਣੇ ਜਿਹੜੀ ਕੰਟਰੀਜ਼ ਆ ਉਹਨੂੰ ਰਿਚੈਸਟ ਕੰਟਰੀ ਬਣਾ ਸਕਦੇ ਹਾਂ। ਤਾਂ ਸਾਨੂੰ ਕੀ ਆ ਵਾਈਲਡ ਲਾਈਫ ਨੂੰ ਵੀ ਪ੍ਰੋਟੈਕਟ ਕਰਨਾ ਚਾਹੀਦਾ। ਪ੍ਰੋਟੈਕਸ਼ਨ ਐਂਡ ਕੰਜ਼ਰਵੇਸ਼ਨ ਆਫ ਦੀ ਵਾਈਲਡ ਲਾਈਫ ਨੂੰ ਕੰਜ਼ਰਵ ਕਰਕੇ ਰੱਖਣਾ ਚਾਹੀਦਾ, ਵੀ ਜਾਣੀ ਕਿ ਸਾਨੂੰ ਕੀ ਆ ਜੰਗਲੀ ਜਾਨਵਰਾਂ ਨੂੰ ਨਹੀਂ ਮਾਰਨਾ ਚਾਹੀਦਾ। ਇਹ ਸਾਡੇ ਲਈ ਕੀ ਨੇ, ਇੱਕ ਹਿਊਮਨਸ ਦੇ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਥਿੰਗਸ ਨੇ, ਕਿਉਂਕਿ ਇਹੀ ਸਾਡੇ ਜਿਹੜਾ ਸਰਕੂਲੇਸ਼ਨ ਆ ਉਹਨੂੰ ਪ੍ਰੋਪਰ ਮੇਨਟੇਨ ਕਰਕੇ ਰੱਖਦੇ ਆ। ਜਿਵੇਂ ਕਿ ਇੰਡੀਆ ਨੇ ਇੱਕ ਬੋਰਡ ਬਣਾਇਆ ਸੀ ਵਾਈਲਡ ਲਾਈਫ ਬੋਰਡ, ਇਹ ਯਾਦ ਰੱਖਣਾ 1952 ਦੇ ਵਿੱਚ ਬਣਾਇਆ ਸੀ। ਫਿਰ ਇਸ ਤੋਂ ਬਾਅਦ ਉਹਨਾਂ ਨੇ ਇਹਨੂੰ ਚੇਂਜ ਕੀਤਾ ਅਤੇ ਇੱਕ ਪ੍ਰੋਜੈਕਟ ਟਾਈਗਰ 1973, ਜਾਣੀ ਕਿ ਟਾਈਗਰਸ ਨੂੰ ਬਚਾਉਣ ਦੇ ਲਈ, ਫਿਰ ਐਲੀਫੈਂਟ ਨੂੰ ਬਚਾਉਣ ਦੇ ਲਈ 92 ਦੇ ਵਿੱਚ ਇਹਨਾਂ ਨੇ ਇੱਕ ਵਾਈਲਡ ਪ੍ਰੋਗਰਾਮ ਲਾਂਚ ਕੀਤਾ। ਇਨ ਦੀ ਈਅਰ 1972 ਅਤੇ 2002 ਦੀ ਗੌਰਮੈਂਟ ਨੇ ਇੱਕ ਐਕਟ ਪਾਸ ਕੀਤਾ ਵਾ, ਜਿਹਦੇ ਵਿੱਚ ਪ੍ਰੋਟੈਕਸ਼ਨ ਆਫ ਦੀ ਵਾਈਲਡ ਲਾਈਫ ਐਕਟ ਬਣਾਇਆ ਗਿਆ। ਇਹਦੇ ਵਿੱਚ ਕੀ ਆ ਨੈਸ਼ਨਲ ਪਾਰਕਸ ਬਣਾਏ ਗਏ, ਵਾਈਲਡ ਲਾਈਫ ਸੈਂਚੁਰੀਜ਼ ਬਣਾਈਆਂ ਗਈਆਂ, ਜਿੱਥੇ ਕੀ ਆ ਹਿਊਮਨਸ ਨੂੰ ਪ੍ਰੋਹੈਪਸ਼ਨ ਸੀਗੀ, ਅਤੇ ਜਿਹੜੇ ਜਾਨਵਰ ਸੀਗੇ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਸੀ। ਐਟ ਪ੍ਰੈਜ਼ੈਂਟ ਜਿਹੜੇ ਨੇ ਸਾਡੇ ਕਿੰਨੇ ਨੇ 89 ਜਿਹੜੇ ਨੈਸ਼ਨਲ ਪਾਰਕਸ ਨੇ, ਅਤੇ 490 ਜਿਹੜੇ ਵਾਈਲਡ ਲਾਈਫ ਸੈਂਚੁਰੀਜ਼ ਨੇ। ਇੱਥੇ ਡਿਫਰੈਂਟ ਸਪਾਈਸਿਸ ਦੀਆਂ ਕੀ ਨੇ ਐਨੀਮਲਸ ਦੇ ਜਿਹੜੇ ਪਰਸਨਸ ਨੇ ਉਹ ਇੱਥੇ ਐਨੀਮਲਸ ਅਤੇ ਬਰਡਸ ਇੱਥੇ ਸਾਨੂੰ ਮਿਲ ਸਕਦੇ ਆ। ਅਤੇ ਇੱਥੇ ਕੀ ਆ ਪਰਸਨ ਦੀ ਹੰਟਿੰਗ ਕਰਨਾ ਅਤੇ ਐਨੀਮਲਸ ਅਤੇ ਬਰਡਸ ਦੀ ਹੰਟਿੰਗ ਕਰਨਾ ਇੱਥੇ ਪ੍ਰੋਹਿਬਿਟਡ ਆ। ਕੰਜ਼ਰਵੇਸ਼ਨ ਵੀ ਸਾਨੂੰ ਨੈਚੁਰਲ ਰਿਸੋਰਸਿਸ ਦੇ ਨਾਲ ਵਾਈਲਡ ਲਾਈਫ ਅਤੇ ਹੋਰ ਸਾਰੀਆਂ ਚੀਜ਼ਾਂ ਨੂੰ ਵੀ ਕੰਜ਼ਰਵ ਕਰਕੇ ਰੱਖਣਾ ਚਾਹੀਦਾ, ਕਿਉਂਕਿ ਇਹ ਕੀ ਆ ਸਾਡੀ ਹੈਲਪ ਕਰਦੇ ਆ ਸਾਡੀ ਲਾਈਫ ਨੂੰ ਇੱਕ ਵਧੀਆ ਢੰਗ ਨਾਲ ਜਿਉਣ ਦੇ ਲਈ, ਕਲਾਈਮੇਟਸ ਦੇ ਉੱਤੇ ਵਧੀਆ ਪ੍ਰਭਾਵ ਬਣਾਉਣ ਦੇ ਲਈ। ਤਾਂ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ। ਆਈ ਹੋਪ ਤੁਹਾਨੂੰ ਇਹ ਸਾਰਾ ਚੈਪਟਰ ਜਿਹੜਾ ਵਾ ਉਹ ਸਮਝ ਆਇਆ ਹੋਵੇਗਾ। ਨਾਓ ਹੁਣ ਅਸੀਂ ਚੱਲਦੇ ਹਾਂ ਵੈਰੀ ਸ਼ਾਰਟ ਕੁਐਸਚਨ ਆਨਸਰ ਦੇ ਵਿੱਚ। ਫਸਟ ਆ ਇਨਟੂ ਦੀ ਰਿਲੀਫ ਫੀਚਰਸ ਆਫ ਟੂ ਦੀ ਲੈਂਡ ਕੈਨ ਬੀ ਡਿਵਾਈਡਡ, ਜਿਹੜੀਆਂ ਲੈਂਡ ਆ ਉਹ ਕਿਸ ਤਰੀਕੇ ਨਾਲ ਡਿਵਾਈਡ ਕੀਤੀਆਂ ਜਾਂਦੀਆਂ ਨੇ। ਇੱਕ ਹੈਗੀਆਂ ਮਾਊਂਟੇਨ, ਪਲੈਟਿਊਸ ਅਤੇ ਪਲੇਨਸ, ਇਹਨਾਂ 3 ਪਾਰਟਸ ਦੇ ਵਿੱਚ ਡਿਵਾਈਡ ਕੀਤੀਆਂ ਜਾਂਦੀਆਂ। ਵਟ ਇਜ਼ ਦੀ ਇੰਪੋਰਟੈਂਸ ਆਫ ਦੀ ਪਲੇਨ ਦੀ ਕੀ ਇੰਪੋਰਟੈਂਸ ਹੁੰਦੀ ਆ। ਦੀ ਪਲੇਨ ਸਪੋਰਟ ਟੂ ਦੀ ਐਗਰੀਕਲਚਰ ਐਂਡ ਡੈਂਸ ਪੋਪੂਲੇਸ਼ਨ, ਇਹ ਕੀ ਆ ਵੀ ਇੱਕ ਸਪੋਰਟ ਕਰਦੀ ਆ ਸਾਡੀ ਐਗਰੀਕਲਚਰ ਨੂੰ, ਅਤੇ ਜਿੱਥੇ ਵੱਧ ਘਣਤਾ ਦੀ ਪੋਪੂਲੇਸ਼ਨ ਹੁੰਦੇ ਆ ਉਹਨੂੰ ਵੀ ਸਪੋਰਟ ਕਰਦੀ ਆ। ਦੀਜ਼ ਮੀਟ ਟੂ ਦੀਆਂ ਹਿਊਮਨ ਨੀਡਸ, ਇਹ ਬੰਦੇ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੀ ਆ। ਪਲੇਨਸ ਆਰ ਸੂਟੇਬਲ ਫॉर ਦੀ ਡਿਵੈਲਪਿੰਗ ਆਫ ਵੈਜੀਏਸ਼ਨ ਐਂਡ ਕ੍ਰੌਪਸ, ਵੀ ਜਿਹੜੇ ਪਲੇਨ ਏਰੀਆ ਵਾ ਉਹ ਕੀ ਆ ਹੈਲਪਫੁਲ ਆ ਬਨਸਪਤੀ ਨੂੰ ਉਗਾਉਣ ਦੇ ਲਈ ਅਤੇ ਫਸਲਾਂ ਨੂੰ ਉਗਾਉਣ ਦੇ ਲਈ। ਵਟ ਆਰ ਦੀ ਫੈਕਟਰਸ ਦੈਟ ਵਾਜ਼ ਦੀ ਇਫੈਕਟਡ ਦੀ ਆ ਫਾਰਮੇਸ਼ਨ ਆਫ ਸੋਇਲ ਨੂੰ ਜਿਹੜੇ ਇਫੈਕਟ ਕਰਨ ਵਾਲੇ, ਫਾਰਮੇਸ਼ਨ ਨੂੰ ਇਫੈਕਟ ਕਰਨ ਵਾਲੇ ਕਿਹੜੇ ਫੈਕਟਰ ਨੇ। ਇੱਕ ਹੈਗਾ ਪਲਾਂਟਸ ਰੌਕਸ, ਪੇਰੈਂਟ ਰੌਕਸ, ਕਲਾਈਮੇਟਸ, ਪਲਾਂਟਸ ਐਂਡ ਐਨੀਮਲਸ, ਇਹ ਸਾਰੇ ਇਫੈਕਟ ਕਰਦੇ ਆ। ਹਾਊ ਮੈਨੀ ਟਾਈਪਸ ਆਫ ਦੀ ਸੋਇਲ ਫਾਊਂਡ ਇਨ ਇੰਡੀਆ, ਨੇਮ ਦੀਜ਼, ਵੀ ਇਹਦੇ ਵਿੱਚ ਇੰਡੀਆ ਵਿੱਚ 6 ਤਰ੍ਹਾਂ ਦੀਆਂ ਸੋਇਲ ਮਿਲਦੀਆਂ ਨੇ। ਕਿਹੜੀ ਐਲਵਲ ਸੋਇਲ ਆ, ਬਲੈਕ ਸੋਇਲ ਆ, ਰੈੱਡ ਸੋਇਲ ਆ, ਲੈਟਰੇਟ ਸੋਇਲ ਆ, ਮਾਊਂਟੇਨ ਅਤੇ ਫੋਰੈਸਟ ਸੋਇਲ ਆ, ਅਤੇ ਡੈਜ਼ਰਟ ਸੋਇਲ ਆ। ਨੈਕਸਟ ਹੈਗਾ ਵਟ ਟਾਈਪਸ ਆਫ ਟੂ ਦੀ ਕੌਪ ਕੈਨ ਬੀ ਗਰੋਨ ਟੂ ਦੀ ਔਨ ਆ ਬਲੈਕ ਸੋਇਲ, ਵੀ ਬਲੈਕ ਸੋਇਲ ਦੇ ਉੱਤੇ ਕਿਹੜੀ ਤਰ੍ਹਾਂ ਦੀਆਂ ਫਸਲਾਂ ਉੱਗਦੀਆਂ ਨੇ। ਕਾਟਨ, ਬੀਟ, ਜਵਾਹਰ, ਤੰਬਾਕੂ, ਸਨਫਲਾਵਰ, ਅਤੇ ਜਿਹੜੇ ਜ਼ਿਆਦਾਤਰ ਇਹਦੇ ਵਿੱਚ ਉੱਗਦੀਆਂ ਨੇ। ਰਾਈਸ ਅਤੇ ਸ਼ੂਗਰ ਕੇਨ ਦੇ ਲਈ ਵੀ ਇਹ ਬੜੀ ਹੈਲਪਫੁਲ ਹੈ ਜੇਕਰ ਇੱਥੇ ਸਿੰਜਾਈ ਦੇ ਸਾਧਨ ਮਿਲ ਜਾਣ। ਰਾਈਟ ਦੀਆਂ ਨੇਮ ਆਫ ਦੀਆਂ ਮੇਨ ਰਿਸੋਰਸਿਸ ਆਫ ਵਾਟਰ ਦੇ ਮੇਨ ਰਿਸੋਰਸ ਕਿਹੜੇ ਨੇ। ਰੇਨਫਾਲ, ਰਿਵਰਸ, ਸਟਰੀਮਸ, ਕੈਨਲਸ, ਟੈਂਕਸ ਅਤੇ ਗਰਾਊਂਡ ਵਾਟਰ, ਇਹ ਸਾਰੇ ਰਿਸੋਰਸਿਸ ਨੇ, ਵਾਟਰ ਰਿਸੋਰਸਿਸ ਨੇ। ਨੈਕਸਟ ਹੈਗਾ ਵਟ ਇਜ਼ ਗਿਵਨ ਬਾਈ ਦੀ ਨੈਚੁਰਲ ਵੈਜੀਏਸ਼ਨ ਟੂ ਮੈਨ, ਨੈਚੁਰਲ ਵੈਜੀਏਸ਼ਨ ਬੰਦੇ ਨੂੰ ਕੀ ਦਿੰਦੀਆਂ ਨੇ, ਉਹਨਾਂ ਨੂੰ ਰਹਿਣ ਦੇ ਲਈ ਲੱਕੜੀ ਦਿੰਦੀਆਂ ਨੇ ਤਾਂ ਜੋ ਆਪਣੀਆਂ ਬਿਲਡਿੰਗਾਂ ਬਣਾ ਸਕਣ। ਫਰੂਟਸ ਅਤੇ ਮੈਡੀਸਨਸ ਅਤੇ ਹੋਰ ਪ੍ਰੋਡਕਟ ਦਿੰਦੀਆਂ ਨੇ ਜਿਹਦੇ ਨਾਲ ਆਪਣੇ ਆਪ ਨੂੰ ਸੇਵ ਕਰ ਸਕਦੇ ਆ। ਨੇਮ
ਨੇਮ ਆਫ ਦੀ ਟਾਈਪਸ ਆਫ ਦੀ ਫੋਰੈਸਟ ਫਾਊਂਡ ਇਨ ਇੰਡੀਆ। ਇੰਡੀਆ ਦੇ ਵਿੱਚ ਕਿਹੜੇ ਕਿਹੜੇ ਫੋਰੈਸਟ ਮਿਲਦੇ ਆ? ਸਾਡੇ 5 ਤਰ੍ਹਾਂ ਦੇ ਫੋਰੈਸਟ ਮਿਲਦੇ ਆ: ਐਵਰਗ੍ਰੀਨ, ਡੈਸੀਸਾਈਲ ਫੋਰੈਸਟ, ਡੈਜ਼ਰਟ ਫੋਰੈਸਟ, ਮਾਊਂਟੇਨ ਫੋਰੈਸਟ ਤੇ ਡੈਲਟਾ ਫੋਰੈਸਟ। ਇਹ 5 ਤਰ੍ਹਾਂ ਦੇ ਜਿਹੜੇ ਸਾਡੇ ਫੋਰੈਸਟ ਨੇ ਉਹ ਇੱਥੇ ਮਿਲਦੇ ਆ। ਵਟ ਆਰ ਦੀ ਇਮੈਜਿਨੇਟ ਮਾਈਗ੍ਰੇਟਰੀ ਵਰਡਸ ਵੇਅਰ ਡੂ ਦੇ ਕੇਮ ਫਰੋਮ? ਵੀ ਜਿਹੜੇ ਮਾਈਗ੍ਰੇਟ ਜਾਣੀ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਜਿਹੜੇ ਵਰਡਸ ਜਾਂਦੇ ਆ ਉਹ ਕੀ ਨੇ ਤੇ ਇਹ ਕਿੱਥੋਂ ਆਉਂਦੇ ਆ? ਦੀ ਆ ਇਨ ਆ ਕੋਲਡ ਸੀਜ਼ਨ ਦੀ ਆ ਵਰਲਡ ਮਾਈਗ੍ਰੇਟ ਟੂ ਦੀਆਂ ਇੰਡੀਆ, ਦੀਜ਼ ਆਰ ਕਾਲਡ ਟੂ ਦੀਆਂ ਮਾਈਗ੍ਰੇਟਰੀ ਵਰਡਸ। ਵੀ ਜੇ ਸਰਦੀ ਦੇ ਰੁੱਤ ਦੇ ਵਿੱਚ ਜਿਹੜੇ ਵਰਡਸ ਨੇ ਉਹ ਇੰਡੀਆ ਦੇ ਵਿੱਚ ਆ ਜਾਂਦੇ ਆ ਤਾਂ ਇਹਨਾਂ ਨੂੰ ਕੀ ਕਹਿੰਦਾ? ਮਾਈਗ੍ਰੇਟ ਵਰਡਸ ਕਿਹਾ ਜਾਂਦਾ। ਇਹ ਕੰਮ ਕਰਦੇ ਆ ਸਰਬੀਆ ਤੇ ਚਾਈਨਾ ਤੋਂ। ਇਹ ਜਿਹੜੇ ਵਰਡਸ ਨੇ ਸਰਬੀਆ ਤੇ ਚਾਈਨਾ ਤੋਂ ਆਉਂਦੇ ਆ। ਆਈ ਹੋਪ ਤੁਹਾਨੂੰ ਇਹ ਸੈਸ਼ਨ ਵਧੀਆ ਲੱਗਿਆ ਹੋਵੇਗਾ। ਇਸ ਦੇ ਵਿੱਚ ਅਸੀਂ ਕੀ ਕੀਤਾ ਵਾ? ਅਸੀਂ ਨੈਚੁਰਲ ਰਿਸੋਰਸਿਸ ਦੇ ਬਾਰੇ ਪੜ੍ਹਿਆ ਵਾ, ਫੋਰੈਸਟ ਦੇ ਬਾਰੇ ਪੜ੍ਹਿਆ ਵਾ, ਰੌਕਸ ਦੇ ਬਾਰੇ ਪੜ੍ਹਿਆ ਵਾ, ਐਜ਼ ਵੈਲ ਐਜ਼ ਸਾਡੇ ਸੋਇਲਸ ਦੇ ਬਾਰੇ ਪੜ੍ਹਿਆ ਵਾ ਤੇ ਅਸੀਂ ਵਾਟਰ ਰਿਸੋਰਸਿਸ ਦੇ ਬਾਰੇ ਵਿੱਚ ਪੜ੍ਹਿਆ ਵਾ, ਕੰਜ਼ਰਵੇਸ਼ਨ ਦੇ ਬਾਰੇ ਪੜ੍ਹਿਆ ਵਾ। ਆਈ ਹੋਪ ਤੁਹਾਨੂੰ ਇਹ ਸਾਰਾ ਕੁਝ ਸਮਝ ਆਇਆ ਹੋਵੇਗਾ ਤੇ ਤੁਹਾਨੂੰ ਇਹ ਜਿਹੜੇ ਵੈਰੀ ਸ਼ਾਰਟ ਕੁਐਸਚਨ ਆਨਸਰ ਨੇ ਵੀ ਤੁਹਾਨੂੰ ਸਮਝ ਆਏ ਹੋਣਗੇ। ਜਿਹੜੇ ਚੈਪਟਰ ਦੀ ਟ੍ਰਾਂਸਲੇਸ਼ਨ ਆ ਤੇ ਜਿਹੜੇ ਮੈਂ ਇੰਪੋਰਟੈਂਟ ਫੈਕਟਰ ਦੱਸੇ ਨੇ ਤੁਸੀਂ ਉਹਨਾਂ ਨੂੰ ਜ਼ਰੂਰ ਨੋਟ ਡਾਊਨ ਕਰੋ ਕਿਉਂਕਿ ਇਹੀ ਤੁਹਾਡੇ ਫਾਈਨਲ ਐਗਜ਼ਾਮ ਦੇ ਵਿੱਚ MCQ ਦੇ ਟਾਈਪਸ ਦੇ ਵਿੱਚ ਆਉਣਗੇ। ਥੈਂਕਸ ਅ ਲੋਟ ਫॉर ਵਾਚਿੰਗ ਮਾਈ ਵੀਡੀਓ and share this session with others so they will be also be gaining their knowledge. Thanks a lot watching my session.